बहुत सारे कांग्रेस के वजीरां ने इस गल का, मंत्रियों ने, लीडरां ने विरोध किया। असीं शंका ਜ਼ਾਹਰ किया लोक इंसाफ पार्टी ने भी ये जिहड़ा होम डिलीवरी वाला सिस्टम है, इस होम डिलीवरी पैटर्न दे विच चिट्टा भी जाऊगा। कहते इहदा थुक सब्जी जिहड़ी आपां लैके आउने आ, कहते वो करोना हो सकता, ਉਹਦੇ ਤੋਂ ट्रांसमिशन हो सकती है, पर शराब की बोतल तो सील्ड है जी। एक्साइज ड्यूटी सिर्फ 5 या 10 ट्रकों की आ, 90 तो 95% रोज़ की एक्साइज चोरी हो रही है शराब फैक्ट्रियां दे विच। 2002 तो 2007 वाला कैप्टन अमरिंदर सिंह याद करके देखो, किसी विधायक नूं तां की, MP नूं तां की, अपने मंत्रियों तक नूं सी मिलता। और कैप्टन अमरिंदर सिंह की बाबूआं की सरकार है जिथे कोई सुनवाई नहीं, बेवसिया सच्चियां ने कौड़ियां लगदियां ना लोगों को। बड़ा मेरा बहुत सारे राजनीतिक जिन्होंने ट्रोल करने वाले पेड़ रखे हुए जी, पर कमेंट पैसे देंदे जिहड़े। जिदण हरजीत सिंह का हथ कटिया तो पुलिस ने तुरंत एक्शन किया। काश किते ये सेहत सहूलतां पंजाब के आम लोगों लिए भी चालू हो जाण, ऐसी कामना साडी। ਜਿਹੜਾ ਬੰਦਾ ਖਾਕੀ ਵਰਦੀ ਪਾ ਕੇ ਕਾਨੂੰਨ ਆਪਣੇ ਹੱਥ 'ਚ ਲੈ ਕੇ ਕਵੇ ਵੀ ਮੈਂ ਧਰਤੀ ਦਾ ਰੱਬ ਹਾਂ, ਬੈਂਸ ਉਹਦੇ ਖਿਲਾਫ ਆ, ਉਹ ਕਿਸੇ ਕੁਰਸੀ ਤੇ ਬੈਠਾ। ਮੈਂ ਕਿਹਾ ਵੀ ਪੁਲਿਸੀਏ ਕੁੱਟਦੇ ਆ ਲੋਕਾਂ ਨੂੰ ਬੇਤਹਾਸ਼ਾ, ਇਹ ਆਪਣੇ ਗਰੇਬਾਨ 'ਚ ਚੱਕਣ, ਜਿਹੜੇ ਲੋਕਾਂ ਨੂੰ ਕੁੱਟਦੇ ਆ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਵੇ। 7 ਸਾਲ ਪਹਿਲਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰੇ ਦੇਸ਼ ਦੇ ਅੰਦਰ ਉਹ ਵੱਡੀ ਪੂਛ ਵਾਲਾ ਸ਼ੇਰ ਮੇਕ ਇਨ ਇੰਡੀਆ ਬਣਿਆ, ਉਹਦਾ ਕੁਛ कुछ सरकार की सरप्रस्ती वाले लोग इस अत्यंत गंभीर समय दे विच भी अपने घर कोठे भरन तो बाज नहीं आते। चंगियां सहूलतां दे दो, दूसरियां स्टेटां दे जिवें दिल्ली वर्गियां दीयां फोटोआं आउंदियां भी आ उत्थे दे क्वारंटाइन सेंटरां 'च जिहड़े रखे लोग मिल रहे ते साडे इत्थे त्राई करदे आ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਸੁਖ ਸੋਹਲ। ਦੁਨੀਆ ਭਰ ਦੇ ਵਿੱਚ ਫੈਲੀ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਭਾਵੇਂ ਹੀ ਕਈ ਪਰਿਵਾਰਾਂ ਦੇ ਉੱਤੇ ਭਾਰੀ ਪੈ ਰਹੀ ਹੈ, ਪਰ ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੋਨਾ ਵਾਇਰਸ ਦੇ ਉੱਤੇ ਪੰਜਾਬ ਦੀ ਸਿਆਸਤ ਭਾਰੂ ਹੁੰਦੀ ਦਿਖਾਈ ਦੇ ਰਹੀ ਹੈ। ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਹਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੋਣਾ ਦੇ ਕੋਲੋਂ, ਕਿਉਂਕਿ ਕਾਫੀ ਕੁਝ ਵਿਵਾਦਾਂ ਦੇ ਵਿੱਚ ਉਹਨਾਂ ਦੇ ਨਾਲ ਵੀ ਤਾਲੁਕਾਤ ਰੱਖਦਾ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਿਹਾ। ਉਹਨਾਂ ਦਾ ਸਵਾਗਤ ਕਰਦੇ ਹਾਂ। ਬੈਂਸ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਦੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰੂ ਸਾਹਿਬ ਤੰਦਰੁਸਤੀਆਂ ਬਖਸ਼ਿਸ਼ ਕਰੇ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ। ਬੈਂਸ ਸਾਹਿਬ, ਜਿਹੜਾ ਮਾਹੌਲ ਬਣ ਗਿਆ ਕਿ ਦੂਰੀ ਪਾ ਕੇ ਆਪਾਂ ਵੀ ਬੈਠੇ ਹੋਏ ਹਾਂ, ਇੱਕ ਦੂਸਰੇ ਨੂੰ ਮਿਲਣ ਦੇ ਵਿੱਚ ਡਰ ਲੱਗ ਰਿਹਾ ਹੈ, ਇੱਕ ਮਾਹੌਲ ਇਸ ਬਿਮਾਰੀ ਨੇ ਪੈਦਾ ਕੀਤਾ ਹੋਇਆ। ਤੇ ਦੂਸਰੇ ਪਾਸੇ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ, ਜਾਂ ਫਿਰ ਵਿਰੋਧੀ ਧਿਰਾਂ, ਜਾਂ ਫਿਰ ਲੋਕ ਇਨਸਾਫ ਪਾਰਟੀ ਤੇ ਹੋਰ ਵੀ ਜਿਹੜੀਆਂ ਸਿਆਸੀ ਧਿਰਾਂ ਨੇ ਪੰਜਾਬ ਦੀਆਂ, ਇਹ ਮਾਹੌਲ ਜਿਹੜਾ ਸਿਆਸੀ ਧਿਰਾਂ ਨੇ ਪੈਦਾ ਕੀਤਾ ਹੋਇਆ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਸਿਆਸਤ ਜਿਹੜੀ ਸੀ, ਭਾਵੇਂ ਮੁੱਦਾ ਕੋਈ ਵੀ ਹੋਵੇ, ਇੰਨੀ ਜ਼ਿਆਦਾ ਨਹੀਂ ਸੀ ਹੋਣੀ ਚਾਹੀਦੀ? ਸੋ ਤੁਹਾਡੀ ਗੱਲ ਬੜੀ ਵਾਜਬ ਆ, ਸੱਚੀ ਵੀ ਆ। ਸਿਆਸਤ ਬਹੁਤ ਸਾਰੇ ਮੁੱਦੇ ਇਸ ਭਿਆਨਕ ਸਮੇਂ ਤੋਂ ਬਾਅਦ ਸਿਆਸਤ ਵਾਸਤੇ ਹੈਗੇ ਆ, ਪਿਛੋਕੜ ਦੇ ਵਿੱਚ ਵੀ ਬਹੁਤ ਸਾਰੇ ਮੁੱਦੇ, ਪਰ ਕਰੋਨਾ ਵਰਗੀ ਬਿਮਾਰੀ ਨੂੰ ਲਿਆ ਕੇ ਸਿਆਸਤ, ਹੁਣ ਤਾਂ ਇਹ ਟਾਈਮ ਹੈਗਾ ਵੀ ਇੱਕ ਦੂਜੇ ਦੀ ਨੁਕਤਾਚੀਨੀ ਛੱਡ ਕੇ ਇਕੱਠੇ ਹੋ ਕੇ ਅਸੀਂ ਇਸ ਬਿਮਾਰੀ ਨੂੰ ਹਰਾਉਣਾ ਕਿਵੇਂ ਆ ਜੀ। ਮੈਂ ਦੇਸ਼ ਸੇਵਾ ਹੈਗੀ ਅੱਜ, ਜਿਹੜੇ ਬਿਮਾਰੀ ਨਾਲ ਲੜਾਈ ਦੇ ਵਿੱਚ ਸਰਕਾਰੀ ਨੌਕਰੀ, ਚਾਹੇ ਉਹ ਪੁਲਿਸ ਦੇ ਆ, ਹੈਲਥ ਦੇ ਆ, ਦੂਸਰੇ ਮਹਿਕਮਿਆਂ ਦੇ ਆ, ਉਹ ਆਪਣੀ ਜਾਨ ਜੋਖਮ 'ਚ ਪਾ ਕੇ ਡਿਊਟੀ ਕਰ ਰਹੇ ਆ। ਸਲਾਮ ਹੈ ਉਹਨਾਂ ਨੂੰ। ਅੱਜ ਇਸ ਗੱਲ ਦੇ ਉੱਤੇ ਚਿੰਤਨ ਦੀ ਜ਼ਰੂਰਤ ਹੈ ਕਿ ਇਸ ਬਿਮਾਰੀ ਨੂੰ ਹਰਾਉਣ ਲਈ ਮੈਂ ਦੇਸ਼ ਵਾਸਤੇ ਕੀ ਕੀਤਾ, ਸਮਾਜ ਵਾਸਤੇ ਕੀ ਕੀਤਾ ਜੀ। ਹੁਣ ਆ ਪਿੱਛੇ ਜੇ ਹਜ਼ੂਰ ਸਾਹਿਬ ਤੋਂ ਸੰਗਤ ਆਈ, ਬਹੁਤ ਸਾਰੇ ਆਲੋਚਕਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਵੀ ਇਹ ਮੈਡਮ ਬਾਦਲ ਜਿਹੜੇ ਦੇਸ਼ ਦੀ ਕੈਬਨਿਟ ਦੇ ਵਿੱਚ ਮੰਤਰੀ ਆ, ਇਹਨਾਂ ਨੇ ਲੈ ਕੇ ਆਉਂਦੇ ਆ। ਤੁਸੀਂ, ਮੈਂ ਜਾਂ ਆਪਣਾ ਕੋਈ ਪਰਿਵਾਰਕ ਮੈਂਬਰ ਆਪਣੇ ਤੇ ਲਾ ਕੇ ਦੇਖੋ ਨਾ, ਆਪਾਂ ਵੀ ਕਹਿੰਦੇ ਵੀ ਕਿਹੜੀ ਘੜੀ ਘਰੇ ਪਹੁੰਚ ਜਾਣ ਸਾਡੇ ਪਰਿਵਾਰ ਦੇ ਮੈਂਬਰ।
ਮੈਂ ਵੀ ਚਿੱਠੀਆਂ ਲਿਖੀਆਂ, ਮੇਲ ਕੀਤੇ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਵੀ ਕੋਈ ਬੰਦੋਬਸਤ ਕਰਕੇ ਇਹਨਾਂ ਨੂੰ ਵਾਪਸ, ਉਹ ਦੇਸ਼ ਦੇ ਮੈਡਮ ਬਾਦਲ ਦੇਸ਼ ਦੇ ਕੈਬਨਿਟ ਵਜ਼ੀਰ ਆ, ਮਾੜੀਆਂ ਗੱਲਾਂ ਦਾ ਵਿਰੋਧ ਆ, ਪਰ ਹੁਣ ਆਪਾਂ ਵਿਰੋਧ ਕਰਕੇ ਵਿਰੋਧ ਕਰ ਲਈਏ। ਯਾਤਰੂ ਆ ਗਏ, ਮੈਡਮ ਬਾਦਲ ਦਾ ਵਿਰੋਧ, ਫਿਰ ਉਦੋਂ ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਵੀ ਇਹਨਾਂ ਨੇ ਪਹਿਲਾਂ ਘਰਾਂ 'ਚ ਕਿਉਂ ਜਾਣ ਦਿੱਤੇ, ਫਿਰ ਘਰਾਂ 'ਚੋਂ ਦੂਏ ਦਿਨ ਲੈ ਗਏ ਕੁਆਰੰਟਾਈਨ ਸੈਂਟਰਾਂ 'ਚ। ਫਿਰ ਹੁਣ ਕਿਹੜਾ ਮੁੱਖ ਮੰਤਰੀ ਆ, ਕਿਹੜਾ ਮੰਤਰੀ ਹੈ ਜਾਂ ਕਿਹੜਾ ਬੰਦਾ ਜਿਹੜਾ ਚਾਹੁੰਦਾ ਵੀ ਮੇਰੀ ਸਟੇਟ ਦੇ ਵਿੱਚ ਇਹ ਮਹਾਂਮਾਰੀ ਫੈਲ ਜਾਵੇ ਜੀ? ਕੋਈ ਚਾਹੂਗਾ? ਕੋਈ ਨਹੀਂ ਚਾਹੁੰਦਾ। ਸੋ ਜਿਹੜੀ ਗੱਲ ਹੋ ਗਈ, ਸੱਪ ਲੰਘ ਗਿਆ, ਲਕੀਰ ਨੂੰ ਕੁੱਟਣ ਦਾ ਕੀ ਫਾਇਦਾ? ਸਾਡਾ ਟੀਚਾ ਤਾਂ ਇਹ ਹੈ ਕਿ ਅਸੀਂ ਉਹ ਯਾਤਰੂ, ਉਹ ਸੰਗਤ ਸਿਹਤਯਾਬ ਕਿੱਦਾਂ ਰੱਖਣੀ ਹੈ, ਇਸ ਗੱਲ ਦੇ ਉੱਤੇ ਚਿੰਤਨ ਦੀ ਜ਼ਰੂਰਤ ਹੈ। ਸਾਡੇ ਲੁਧਿਆਣੇ ਦੇ ਵਿੱਚ 4 ਜਗ੍ਹਾ ਸੰਗਤ ਨੂੰ ਰੱਖਿਆ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਬੈਂਸ ਕੋਈ ਡਾਕਟਰ ਆ, ਮੈਂ ਹਰ ਜਗ੍ਹਾ ਗਿਆ ਜਿੱਥੇ ਪੋਜ਼ਿਟਿਵ ਆਏ ਹੋਏ ਸੰਗਤ ਦੇ ਵਿੱਚੋਂ ਲੋਕ, ਮੈਂ ਉਹਨਾਂ ਨੂੰ ਮਿਲਣ ਵੀ ਗਿਆ ਜੀ। ਮੈਂ ਮੀਡੀਆ ਦੀ ਹਾਜ਼ਰੀ ਦੇ ਵਿੱਚ ਉਹਨਾਂ ਨਾਲ ਵੀ ਗੱਲ ਕੀਤੀ ਵੀ ਤਕੜੇ ਹੋ ਕੇ ਰਹੋ, ਗੁਰੂ ਕਿਰਪਾ ਕਰੂਗਾ। ਤੁਸੀਂ ਕਲਗੀਆਂ ਵਾਲੇ ਦੇ ਮਹਾਨ ਸਥਾਨ ਤੋਂ ਨਤਮਸਤਕ ਹੋ ਕੇ ਆਏ ਹੋ, ਤੁਸੀਂ ਚੜ੍ਹਦੀ ਕਲਾ 'ਚ ਰਹੋ, ਇਹ ਬਿਮਾਰੀ ਨੂੰ ਹਰਾ ਕੇ ਘਰੇ ਆਉਣਾ। ਬੈਂਸ ਸਾਹਿਬ, ਇਹ ਸਾਰਾ ਕੁਝ ਤਾਂ ਫਿਲਹਾਲ ਚੱਲ ਹੀ ਰਿਹਾ ਹੈ। ਘਰ ਘਰ ਨੌਕਰੀ ਦੀ ਗੱਲ ਕਰਕੇ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਈ ਸੀ। ਸਮਾਂ ਜਿਹੜਾ ਹੈ, ਇਸ ਸਮੇਂ ਦੇ ਹਿਸਾਬ ਦੇ ਨਾਲ ਘਰ ਘਰ ਰਾਸ਼ਨ ਪਹੁੰਚਾਉਣ ਦੀ ਗੱਲ ਹੋਣੀ ਚਾਹੀਦੀ ਸੀ, ਪਰ ਸਰਕਾਰ ਗੱਲ ਕਰ ਰਹੀ ਹੈ ਘਰ ਘਰ ਬੋਤਲਾਂ ਪਹੁੰਚਾਉਣ ਦੀ। ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ? ਸੋ ਕੈਪਟਨ ਅਮਰਿੰਦਰ ਸਿੰਘ, ਮੈਂ ਉਹਨਾਂ ਦਾ ਵੀਡੀਓ ਸੁਣ ਰਿਹਾ ਸੀ, ਜਿਹੜੇ ਕਹਿੰਦੇ ਸੀ ਮੇਰਾ ਜਿਹੜਾ ਐਕਸਾਈਜ਼ ਦਾ ਰੈਵਨਿਊ ਆ ਤਕਰੀਬਨ 6200 ਕਰੋੜ 6200 ਕਰੋੜ ਰੁਪਈਆ, ਮੈਂ ਤਾਂ ਤਨਖਾਹਾਂ ਨਹੀਂ ਦੇ ਪਾਉਂਗਾ। ਕਹਿੰਦੇ ਇਹਦਾ ਥੁੱਕ ਸਬਜ਼ੀ ਜਿਹੜੀ ਆਪਾਂ ਲੈ ਕੇ ਆਉਂਦੇ ਆ, ਕਹਿੰਦੇ ਉਹ ਇਹਦਾ ਕਰੋਨਾ ਹੋ ਸਕਦਾ, ਉਹਦੇ ਤੋਂ ਟਰਾਂਸਮਿਸ਼ਨ ਹੋ ਸਕਦੀ ਹੈ, ਪਰ ਸ਼ਰਾਬ ਦੀ ਬੋਤਲ ਦਾ ਸੀਲਡ ਆ ਜੀ, ਕਹਿੰਦੇ ਤਾਂ ਘਰੋਂ ਘਰ ਪਹੁੰਚਦੀ ਕਰਦੀ ਹੈ ਅਸੀਂ। ਸੋ ਬਹੁਤ ਸਾਰੇ ਕਾਂਗਰਸ ਦੇ ਵਜ਼ੀਰਾਂ ਨੇ ਇਸ ਗੱਲ ਦਾ, ਮੰਤਰੀਆਂ ਨੇ, ਲੀਡਰਾਂ ਨੇ ਵਿਰੋਧ ਕੀਤਾ। ਅਸੀਂ ਸ਼ੰਕਾ ਜ਼ਾਹਰ ਕੀਤਾ ਸੀ ਲੋਕ ਇਨਸਾਫ ਪਾਰਟੀ ਨੇ ਵੀ ਇਹ ਜਿਹੜਾ ਹੋਮ ਡਿਲੀਵਰੀ ਵਾਲਾ ਸਿਸਟਮ ਹੈ, ਇਸ ਹੋਮ ਡਿਲੀਵਰੀ ਪੈਟਰਨ ਦੇ ਵਿੱਚ ਚਿੱਟਾ ਵੀ ਜਾਊਗਾ, ਚਿੱਟੇ ਦੀ ਹੋਮ ਡਿਲੀਵਰੀ ਵੀ ਸ਼ੁਰੂ ਹੋ ਜਾਣੀ ਹੈ। ਚੰਗਾ ਹੋ ਗਿਆ, ਕਾਂਗਰਸ ਦੇ ਅੰਦਰੋਂ ਵਿਰੋਧ ਪੈਦਾ ਹੋ ਗਿਆ। ਘਰ ਘਰ ਰਾਸ਼ਨ ਪਹੁੰਚਾ ਦਿਓ, ਇਹ ਬੜੀ ਵੱਡੀ ਮੈਂ ਕਹੂੰਗਾ ਪ੍ਰਾਪਤੀ ਹੋਊਗੀ। ਪੇਸ਼ੈਂਟ ਨੂੰ ਦਵਾਈ ਪਹੁੰਚਦੀ ਕਰ ਦਿਓ, ਪ੍ਰਾਪਤੀ ਹੋਊਗੀ। ਕੁਆਰੰਟਾਈਨ ਸੈਂਟਰਾਂ ਦੇ ਵਿੱਚ ਚੰਗੀਆਂ ਸਹੂਲਤਾਂ ਦੇ ਦਿਓ। ਦੂਸਰੀਆਂ ਸਟੇਟਾਂ ਦੇ ਜਿਵੇਂ ਦਿੱਲੀ ਵਰਗਿਆਂ ਦੀਆਂ ਫੋਟੋਆਂ ਆਉਂਦੀਆਂ ਵੀ ਉੱਥੇ ਦੇ ਕੁਆਰੰਟਾਈਨ ਸੈਂਟਰਾਂ 'ਚ ਜਿਹੜੇ ਰੱਖੇ ਲੋਕ ਮਿਲ ਰਿਹਾ, ਅਤੇ ਸਾਡੇ ਇੱਥੇ ਤਰਾਈ ਕਰਦੇ। ਅਸੀਂ ਖੁਦ ਜਾ ਕੇ ਉਹਨਾਂ ਨੂੰ ਜਿਹੜਾ ਜ਼ਰੂਰੀ ਵਸਤਾਂ ਦਿੰਦੇ ਵਿੱਚ ਉਹ ਦੇ ਕੇ ਆਉਂਦੇ ਹਾਂ, ਸਾਰੇ ਦੋਸਤ ਰਲ ਕੇ ਵੀ ਚਲੋ ਯਾਰ ਦੇ ਕੇ ਆਈਏ। ਔਰ ਇਸ ਅਤਿਅੰਤ ਗੰਭੀਰ ਸਮੇਂ ਦੇ ਵਿੱਚ ਜਦੋਂ ਦੁਨੀਆ ਮਰ ਰਹੀ ਹੈ ਜੀ, ਕੁਝ ਸਰਕਾਰ ਦੀ ਸਰਪ੍ਰਸਤੀ ਵਾਲੇ ਲੋਕ ਇਸ ਅਤਿਅੰਤ ਗੰਭੀਰ ਸਮੇਂ ਦੇ ਵਿੱਚ ਵੀ ਆਪਣੇ ਘਰ ਕੋਠੇ ਭਰਨ ਤੋਂ ਬਾਜ਼ ਨਹੀਂ ਆਉਂਦੇ। ਕੱਲ ਮੈਂ ਟਰਾਂਸਪੋਰਟ ਮਾਫੀਆ ਫੜਿਆ, ਜੁਝਾਰ ਟਰਾਂਸਪੋਰਟ ਜੀ, ਮੁੱਖ ਮੰਤਰੀ ਦੇ ਨਾਲ ਸਿੱਧੀ ਗੱਲਬਾਤ, ਕੇਬਲ ਨੈਟਵਰਕ ਦੇ ਉੱਤੇ ਕਬਜ਼ਾ, ਫਾਸਟਵੇ, 650 ਰੁਪਈਆ ਯੂਪੀ ਦਾ ਗੋਂਡਾ ਜ਼ਿਲ੍ਹਾ, 650 ਰੁਪਈਆ ਲਾਕਡਾਊਨ ਤੋਂ ਪਹਿਲਾਂ ਬੱਸ ਦਾ ਕਿਰਾਇਆ ਵਸੂਲ ਕੀਤਾ ਜਾ ਰਿਹਾ ਸੀ, 3300 ਰੁਪਈਆ। ਇੱਕ ਬੱਸ ਨਹੀਂ, ਕੋਈ 10 ਬੱਸਾਂ ਨਹੀਂ, ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚੋਂ, ਤਹਿਸੀਲਾਂ 'ਚੋਂ, ਵੱਡੇ ਛੋਟੇ ਕਸਬਿਆਂ 'ਚੋਂ 1000 ਤੋਂ 1200 ਬੱਸ ਰੋਜ਼ ਇਲੀਗਲ ਚੱਲਦੀ ਹੈ। ਨੰਬਰ 1 ਗਰੀਬ ਸ਼ੈਲ ਦਿੱਤਾ, 6 ਗੁਣਾ ਲੈ ਲਿਆ ਉਹਦੇ ਕੋਲੋਂ, ਸਰਕਾਰੀ ਖਜ਼ਾਨੇ ਨੂੰ ਕਿਉਂ ਨਾ ਲਾਤਾ। ਤੇ ਸਭ ਤੋਂ ਘਿਨਾਉਣੀ ਜਿਹੜੀ ਗੱਲ ਆ ਉਹ ਹੈਗੀ ਕਿ 2 ਨੰਬਰ 'ਚ ਲੋਕ ਭਰੇ ਯੂਪੀ, ਬਿਹਾਰ ਦੇ, ਉੱਤਰਾਖੰਡ ਦੇ, ਹਿਮਾਚਲ ਦੇ, ਰਾਜਸਥਾਨ ਦੇ, ਦਿੱਲੀ ਦੇ ਜੀ, ਉਹ 2 ਨੰਬਰ 'ਚ ਲਿਜਾ ਕੇ ਉਹਦੇ ਪਿੰਡ ਦੇ ਨੇੜੇ ਜਿਹੜੀ ਸੜਕ ਆ ਉਹਦੇ ਜ਼ਿਲ੍ਹੇ, ਉੱਥੇ ਚੁੱਪ ਕੇ ਮੱਲਕਚਾਰੇ ਲਾਇਆ, ਉਹਨੇ ਆਪਣਾ ਸਮਾਨ ਚੱਕਿਆ, ਮੱਲਕਚਾਰੇ ਘਰੇ ਵੜ ਗਿਆ। ਰੇਲਵੇ ਦੇ ਜ਼ਰੀਏ ਲੋਕ ਜਾ ਰਹੇ ਆ ਦੂਜੇ ਰਾਜਾਂ ਦੇ ਵਿੱਚ, ਉਹ 14 ਦਿਨ ਲਈ ਕੁਆਰੰਟਾਈਨ ਟੈਸਟ ਹੁੰਦਾ ਉਹਨਾਂ ਦਾ, ਜਿਹੜੇ ਪੋਜ਼ਿਟਿਵ ਆ ਹਸਪੀਟਲ ਜਾਂਦੇ, ਜਿਹੜੇ ਨੈਗੇਟਿਵ ਆ 15ਵੇਂ ਦਿਨ ਦੁਬਾਰਾ ਟੈਸਟ ਹੁੰਦਾ, ਫਿਰ ਉਹ ਘਰੇ ਜਾਂਦੇ ਆ। ਕੋਈ ਕਾਰਵਾਈ ਨਹੀਂ ਸਰਕਾਰ, ਕਿਉਂਕਿ ਬਈ ਉਹ ਮੁੱਖ ਮੰਤਰੀ ਦੇ ਨਾਲ, ਪਹਿਲਾਂ ਬਾਦਲਾਂ ਦੇ ਨਾਲ ਉਹਦੀ ਕੇਬਲ ਮਾਫੀਆ ਦੇ ਉੱਤੇ ਕਬਜ਼ਾ ਕੋਈ ਛੋਟੀ ਮੋਟੀ ਗੱਲ ਨਹੀਂ ਜੀ, ਕੋਈ ਕਾਰਵਾਈ ਨਹੀਂ। ਮੈਂ ਥੱਕ ਹਾਰ ਕੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਗਰੇਜ਼ ਨਹੀਂ ਵੀ ਮੁੱਖ ਮੰਤਰੀ ਨੇ ਨਹੀਂ ਕੋਈ ਕਾਰਵਾਈ ਕਰਨੀ। ਉਹ ਸਮਾਨ ਜਿਹੜਾ ਪਹਿਲਾਂ ਬਠਿੰਡੇ ਜਾਂਦਾ ਸੀ ਕੇਬਲ ਮਾਫੀਆ ਦੇ ਵਿੱਚੋਂ, ਪਟਿਆਲੇ ਜਾ ਰਿਹਾ,
ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਕ ਮੇਲ ਕੀਤੀ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਮੇਲ ਕੀਤੀ ਵੀ ਇਹ 'ਤੇ ਕਾਰਵਾਈ ਕਰੋ। ਇਹ ਲੋਕਡਾਊਨ ਦੀਆਂ ਹਦਾਇਤਾਂ ਦਾ ਉਲੰਘਣ ਕਰਦੇ ਹੋਏ ਦੇਸ਼ ਦੇ ਵਿੱਚ ਕਰੋਨਾ ਬਿਮਾਰੀ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰ ਰਿਹਾ। ਇਕੱਲਾ ਇੱਕ ਸਟੇਟ 'ਚ ਨਹੀਂ, ਜਿਹੜੀਆਂ ਮੈਂ ਸਟੇਟਾਂ ਗਿਣ ਕੇ ਹਟਿਆ, ਬਿਹਾਰ, ਉੱਤਰਾਖੰਡ, ਯੂਪੀ, ਦਿੱਲੀ, ਹਿਮਾਚਲ, ਰਾਜਸਥਾਨ, 1000 ਤੋਂ 1200 ਬੱਸ ਡੇਲੀ ਚੱਲਣੀ। ਸਿਸਟਮ ਸੌਂ ਰਿਹਾ। ਮੈਂ ਡੀਸੀ ਨੂੰ ਲਾਈਵ ਤੁਹਾਡੇ ਵਰਗੇ ਪੱਤਰਕਾਰ ਦੋਸਤ ਨਾਲ ਗਏ, ਜਦੋਂ ਮੈਂ ਉੱਥੇ ਜਾ ਕੇ ਮੌਕੇ ਦੇ ਉੱਤੇ ਬੱਸਾਂ ਫੜੀਆਂ, ਕਹਿੰਦੇ ਸਾਨੂੰ ਡੀਸੀ ਦੀ ਪਰਮਿਸ਼ਨ ਆ। ਮੈਂ ਡੀਸੀ ਨੂੰ ਫੋਨ ਮਿਲਾਇਆ, ਮੈਂ ਡੀਸੀ ਸਾਹਿਬ ਕੋਈ ਐਸੀ ਪਰਮਿਸ਼ਨ ਜੁਝਾਰ ਨੂੰ? ਡੀਸੀ ਸਾਹਿਬ ਕਹਿੰਦੇ ਕੋਈ ਪਰਮਿਸ਼ਨ ਨਹੀਂ ਕਿਸੇ ਵੀ ਟਰਾਂਸਪੋਰਟ ਨੂੰ, ਪੈਸੇਂਜਰ ਟਰਾਂਸਪੋਰਟ ਨੂੰ ਕੋਈ ਅਸੀਂ ਕਿਰਾਇਆ ਨਿਰਧਾਰਤ ਨਹੀਂ ਕੀਤਾ। ਮੈਂ ਦੱਸੋ ਹੁਣ ਮੈਨੇਜਰ ਸਾਹਿਬ ਕੀ ਕਰੀਏ? ਐਂਡ ਇੰਨੇ ਵੱਡੇ ਉੱਥੇ ਮੀਡੀਆ ਦੀ ਹਾਜ਼ਰੀ ਦੇ ਵਿੱਚ ਐਕਸਪੋਜ਼ਰ ਤੋਂ ਬਾਅਦ ਸਰਕਾਰ ਨਾ ਜਾ ਕੇ, ਸਰਕਾਰ ਜਾਗੀ। ਜਿਹੜੇ ਵੱਡੇ ਵੈਬ ਚੈਨਲ ਸੀ ਉਹਨਾਂ ਤੋਂ ਖਬਰ 6:30 ਵਜੇ ਸ਼ਾਮ ਨੂੰ ਹਟਾ ਦਿੱਤੀ ਗਈ। ਐਂਡ ਜਿਹੜੇ ਨੈਸ਼ਨਲ ਚੈਨਲ ਆ ਉਹਨਾਂ ਦੇ ਉੱਤੇ ਐਂਟੀ ਖਬਰ ਪ੍ਰਸਾਰਿਤ ਕਰਵਾਈ ਗਈ ਬੈਂਸ ਦੇ ਵਿਰੁੱਧ, ਉਸ ਜੁਝਾਰ ਟਰਾਂਸਪੋਰਟਰ ਦੇ ਹੱਕ ਦੇ ਵਿੱਚ। ਇਹ ਗੱਲਾਂ ਹੁਣ ਤੁਸੀਂ ਕਹੋਗੇ ਫਿਰ ਰਾਜਨੀਤੀ ਹੋ ਗਈ। ਸੋ ਜਿਹੜੀਆਂ ਕਮੀਆਂ ਹੈਗੀਆਂ ਇਸ ਬਿਮਾਰੀ ਨੂੰ ਹਰਾਉਣ ਦੇ ਵਿੱਚ ਅੜਿੱਕਾ ਬਣਦੀਆਂ ਨੇ, ਜੇ ਆਪਾਂ ਉਹਨਾਂ ਨੂੰ ਤੁਸੀਂ ਤੇ ਮੈਂ ਆਪਾਂ ਉਜਾਗਰ ਨਹੀਂ ਕਰਾਂਗੇ ਤੇ ਗੱਡੀ ਚੱਲੇਗੀ ਕਿਵੇਂ? ਕਮੀਆਂ ਦੀ ਗੱਲ ਆਈ, ਥੋੜ੍ਹੇ ਦਿਨ ਪਹਿਲਾਂ ਪੁਲਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆਏ। ਤੁਸੀਂ ਵੀ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਤੁਹਾਡੀ ਸਿਕਿਉਰਿਟੀ ਜਿਹੜੀ ਸੀ ਉਹ ਵਾਪਸ ਲੈ ਲਈ ਗਈ। ਹੁਣ 2-3 ਦਿਨ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੁਲਿਸ ਵਾਲੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ। ਕੁਝ ਹੋਰ ਵੀ ਮਾਮਲੇ ਜਿਹੜੇ ਨੇ ਪੁਲਿਸ ਵੱਲੋਂ ਮਾਰਕੁੱਟ ਦੇ, ਧੱਕੇਸ਼ਾਹੀ ਦੇ ਸਾਹਮਣੇ ਆ ਰਹੇ ਨੇ। ਸੋ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਚੁੱਪ ਬੈਠੀ ਹੈ, ਲੁਧਿਆਣੇ ਦੇ ਵਿੱਚ, ਮਾਫ ਕਰਨਾ, ਜਲੰਧਰ ਦੇ ਵਿੱਚ ਇੱਕ ਨੌਜਵਾਨ ਜਿਹੜਾ ਹੈ ਹੜਬੜਾਹਟ ਦੇ ਵਿੱਚ ASI ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਦਾ, ਉਹਦੇ ਉੱਤੇ 307 ਦਾ ਪਰਚਾ ਹੋ ਜਾਂਦਾ। ਪਰ ਜਦੋਂ ਪੁਲਿਸ ਦੀ ਧੱਕੇਸ਼ਾਹੀ ਦੀਆਂ ਵੀਡੀਓਜ਼, ਮਾਮਲੇ ਸਾਹਮਣੇ ਆਉਂਦੇ ਨੇ, ਉੱਥੇ ਸੀਨੀਅਰ ਅਧਿਕਾਰੀਆਂ ਦੀ ਚੁੱਪ ਨੂੰ ਕਿਵੇਂ ਦੇਖਦੇ ਹੋ? ਮੈਂ ਉਸ ਦਿਨ ਜਿਹੜਾ ਮੇਰਾ ਬਿਆਨ ਸੀ ਉਹਨਾਂ ਦੀ ਇੰਟਰਪ੍ਰੀਟੇਸ਼ਨ, ਕਿਉਂਕਿ ਪੁਲਿਸੀਆਂ ਨੂੰ ਬੈਂਸ ਬੜਾ ਪਿਓ ਵਰਗਾ ਲੱਗਦਾ, ਮੈਂ ਇਹ ਕਹੂੰਗਾ ਜਿਹੜਾ ਇਮਾਨਦਾਰੀ ਦੇ ਨਾਲ ਕਾਨੂੰਨੀ ਦਾਇਰੇ 'ਚ ਰਹਿ ਕੇ ਆਪਣੀ ਡਿਊਟੀ ਕਰਦਾ ਉਹਨੂੰ ਸਲਾਮ ਹੈਗਾ ਜੀ। ਜਿਹੜਾ ਬੰਦਾ ਖਾਕੀ ਵਰਦੀ ਪਾ ਕੇ ਕਾਨੂੰਨ ਆਪਣੇ ਹੱਥ 'ਤੇ ਲੈ ਕੇ ਕਵੇ ਵੀ ਮੈਂ ਧਰਤੀ ਦਾ ਰੱਬ ਹਾਂ, ਬੈਂਸ ਉਹਦੇ ਖਿਲਾਫ ਆ, ਉਹ ਕਿਸੇ ਕੁਰਸੀ 'ਤੇ ਬੈਠਾ ਜੀ। ਮੇਰੇ ਬਿਆਨ ਦੀ ਇੰਟਰਪ੍ਰੀਟੇਸ਼ਨ ਗਲਤ ਕਰ ਲਈ। ਮੈਂ ਬਾਰ-ਬਾਰ ਕਿਹਾ ਵੀ ਭਾਈ ਮੈਂ ਹੱਥ ਕੱਟਣ ਦੀ ਤਾਰੀਫ ਸ਼ਲਾਘਾ ਨਹੀਂ ਕੀਤੀ। ਮੈਂ ਕਿਹਾ ਵੀ ਪੁਲਿਸੀਏ ਕੁੱਟਦੇ ਆ ਲੋਕਾਂ ਨੂੰ ਬੇਤਹਾਸ਼ਾ, ਇਹ ਆਪਣੇ ਗਰੇਬਾਨ 'ਚ ਚੱਕਣ। ਜਿਹੜੇ ਲੋਕਾਂ ਨੂੰ ਕੁੱਟਦੇ ਆ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਵੇ। ਜਿੱਦਣ ਕਬੱਡੀ ਦਾ ਇੰਟਰਨੈਸ਼ਨਲ ਖਿਡਾਰੀ ਇੱਕ ਥਾਣੇਦਾਰ ਨੇ ਜਿਹਦੀ ਗੱਡੀ ਨੂੰ ਪਰਦੇ ਲੱਗੇ ਹੋਏ ਜੀ, ਜਾਣਕਾਰ ਉਸ ਇਲਾਕੇ ਦੇ ਲੋਕ ਦੱਸਦੇ ਆ ਵੀ ਇਸ ਥਾਣੇਦਾਰ ਦੀ ਅਗਵਾਈ ਦੇ ਵਿੱਚ ਇਸ ਏਰੀਏ ਦੇ ਵਿੱਚ ਚਿੱਟਾ ਵਿਕ ਰਿਹਾ, ਉਹ ਉਸ ਇੰਟਰਨੈਸ਼ਨਲ ਖਿਡਾਰੀ ਨੂੰ ਕਤਲ ਕਰਦਾ ਜੀ। ਮੈਂ ਉਦੋਂ ਮੀਡੀਆ ਦੇ ਵਿੱਚ ਇਹ ਗੱਲ ਕਹੀ ਵੀ ਇਸ ਖਿਡਾਰੀ ਦਾ ਨਾਮ ਅੱਜ ਆਪਣੀ ਛਾਤੀ ਤੇ ਲਾਓ। ਪੁਲਿਸ ਵਾਲਿਓ, ਪੁਲਿਸ ਫੋਰਸ ਵਾਲਿਓ, ਤੁਸੀਂ ਆਪਣੇ ਥਾਣੇਦਾਰ ਦਾ ਜਿਹਦਾ ਹੱਥ ਕੱਟਿਆ ਇੱਕ ਦਿਨ ਉਹਨੂੰ ਡੈਡੀਕੇਟ ਕੀਤਾ, ਅੱਜ ਇਸ ਇੰਟਰਨੈਸ਼ਨਲ ਖਿਡਾਰੀ ਦੇ ਨਾਮ ਨੂੰ ਆਪਣੀ ਹਿੱਕ ਦੇ ਉੱਤੇ ਲਾਓ ਵੀ ਇਹ ਸਾਡੀ ਬਜਰ ਗਲਤੀ ਹੋ ਗਈ ਸਾਡੇ ਕੋਲੋਂ। ਇਹ ਖਿਡਾਰੀ ਸਾਡੀ ਫੋਰਸ ਦੀ ਇੱਕ ਕਾਲੀ ਭੇਡ ਦੇ ਹੱਥੋਂ ਕਤਲ ਹੋ ਗਿਆ। ਅਫਸੋਸ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਉਸ ਪਰਿਵਾਰ ਲਈ ਕੋਈ ਮੁਆਵਜ਼ਾ ਨਹੀਂ, ਥਾਣੇਦਾਰ ਡਿਸਮਿਸ ਨਹੀਂ ਕੀਤਾ, ਨੌਕਰੀਓਂ ਬਰਖਾਸਤ ਨਹੀਂ ਕੀਤਾ। ਮੇਰਾ ਖਿਆਲ ਹਜੇ ਤੱਕ ਸ਼ਾਇਦ ਗ੍ਰਿਫਤਾਰੀ ਨਹੀਂ ਹੋਈ ਜੀ। ਇਹ ਅਮਨ ਤੇ ਕਾਨੂੰਨ ਹੈਗਾ, ਇਹ ਇਕਸਾਰਤਾ ਹੈਗੀ ਆ। ਜਿੱਦਣ ਹਰਜੀਤ ਸਿੰਘ ਦਾ ਹੱਥ ਕੱਟਿਆ ਤੇ ਪੁਲਿਸ ਨੇ ਤੁਰੰਤ ਐਕਸ਼ਨ ਕੀਤਾ। ਕਾਸ਼ ਕਿਤੇ ਇਹ ਐਕਸ਼ਨ ਚਿੱਟੇ ਵਾਲਿਆਂ ਦੇ ਬਰਖਲਾਫ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਲੋਕਾਂ ਦੇ ਬਰਖਲਾਫ ਹੁੰਦਾ, ਤੇ ਪੰਜਾਬ ਦੇ ਵਿੱਚ ਅੱਜ ਇਹ ਹਾਲਾਤ ਨਾ ਹੁੰਦੇ। ਹਰਜੀਤ ਸਿੰਘ ਦਾ ਹੱਥ ਕੱਟਿਆ, ਜੁੜ ਗਿਆ ਦੁਬਾਰਾ। ਮੈਂ ਸਿਹਤ ਸਹੂਲਤਾਂ ਦਾ ਧੰਨਵਾਦੀ ਹਾਂ ਸਰਕਾਰ ਦਾ ਇਸ ਗੱਲੋਂ। ਕਾਸ਼ ਕਿਤੇ ਇਹ ਸਿਹਤ ਸਹੂਲਤਾਂ ਪੰਜਾਬ ਦੇ ਆਮ ਲੋਕਾਂ ਲਈ ਵੀ ਚਾਲੂ ਹੋ ਜਾਣ, ਐਸੀ ਕਾਮਨਾ ਸਾਡੀ ਜੀ। ਸੱਚੀਆਂ ਨੇ ਕੌੜੀਆਂ ਲੱਗਦੀਆਂ ਨਾ ਲੋਕਾਂ ਨੂੰ। ਬੜਾ ਮੇਰਾ ਬਹੁਤ ਸਾਰੇ ਰਾਜਨੀਤਿਕ ਜਿਨ੍ਹਾਂ ਨੇ ਟਰੋਲ ਕਰਨ ਵਾਲੇ ਪੇਡ ਰੱਖੇ ਹੋਏ ਆ ਜੀ, ਪਰ ਕਮੈਂਟ ਪੈਸੇ ਦਿੰਦੇ ਆ ਜਿਹੜੇ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਵੱਡੀਆਂ ਪਾਰਟੀਆਂ ਨੇ ਇੰਨੀ ਟਰੋਲਿੰਗ ਕੀਤੀ ਜੀ। ਮੈਂ ਆਪਣੇ ਦੋਸਤਾਂ ਨੂੰ ਕਿਹਾ, ਮੈਂ ਯਾਰ ਤੁਸੀਂ ਘਬਰਾਓ ਨਾ, ਸੱਚਾਈ ਹੁੰਦੀ ਆ। ਮੈਂ ਇੱਕ ਸ਼ਬਦ ਨਹੀਂ ਕਿਹਾ ਕਿ ਉਹਦਾ ਹੱਥ ਕੱਟਿਆ ਹਰਜੀਤ ਸਿੰਘ ਦਾ ਮੈਂ ਇਹਦੀ ਸ਼ਲਾਘਾ ਕਰਦਾ, ਤਾਰੀਫ ਕਰਦਾ, ਬਿਲਕੁਲ ਨਹੀਂ ਕਿਹਾ। ਮੈਨੂੰ ਦੁੱਖ ਤੇ ਅਫਸੋਸ ਹੈ, ਉਹ ਵੀ ਕਿਸੇ ਦਾ ਪੁੱਤ ਹੈ, ਉਹ ਵੀ ਕਿਸੇ ਦਾ ਭਰਾ ਹੈ।
ਮੈਨੂੰ ਦੁੱਖ ਤੇ ਅਫਸੋਸ ਆ, ਪਰ ਜਿਹੜੇ ਪੁਲਿਸ ਅਧਿਕਾਰੀ ਲੋਕਾਂ ਦੇ ਉੱਤੇ ਤਸ਼ੱਦਦ ਢਾਉਂਦੇ ਆ, ਉਹਨਾਂ ਦੇ ਕੋਲੇ ਕਿਹੜੇ ਕਾਨੂੰਨ ਦੀ ਧਾਰਾ ਦੇ ਅੰਦਰ ਇਹ ਅਧਿਕਾਰ ਹੈਗਾ? ਤੁਸੀਂ ਜੇ ਕਿਸੇ ਨੇ ਗਲਤੀ ਕੀਤੀ ਆ, ਤੁਸੀਂ ਕਾਗਜ਼ ਤੇ ਕਲਮ ਤੁਹਾਨੂੰ ਤਾਕਤ ਦਿੱਤੀ ਹੈ ਕਾਨੂੰਨ ਨੇ, ਉਸ ਕਾਗਜ਼ ਤੇ ਕਲਮ ਦੀ ਵਰਤੋਂ ਕਰੋ, ਅਦਾਲਤ ਦੇ ਕਟਹਿਰੇ 'ਚ ਖੜਾ ਕਰੋ, ਇਹ ਜੱਜ ਤੈਅ ਕਰੂਗਾ ਵੀ ਉਹਨੂੰ ਕੀ ਸਜ਼ਾ ਦੇਣੀ ਹੈ। ਪੁਲਿਸ ਦੀ ਧੱਕੇਸ਼ਾਹੀ ਤਾਂ ਅਸੀਂ ਬਾਕੀ ਪੁਰਾਣੇ ਸਮੇਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਦੂਸਰੀਆਂ ਸਰਕਾਰਾਂ ਦੇ ਵਿੱਚ ਵੀ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਨੇ। ਅਫਸਰਾਂ ਦੀ ਧੱਕੇਸ਼ਾਹੀ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀ ਧੱਕੇਸ਼ਾਹੀ ਕੈਬਨਿਟ ਮੀਟਿੰਗ ਦੇ ਵਿੱਚ ਦੇਖਣ ਨੂੰ ਮਿਲੀ ਕਿ ਵਿੱਤ ਮੰਤਰੀ ਜੋ ਕਿ ਸੀਨੀਅਰ ਅਹੁਦਾ ਰੱਖਦੇ ਨੇ ਪੰਜਾਬ ਦੇ ਵਿੱਚ, ਪੰਜਾਬ ਦਾ ਲੇਖਾ ਜੋਖਾ ਲਿਖਦੇ ਨੇ, ਉਹਨਾਂ ਸਮੇਤ ਹੋਰਨਾਂ ਮੰਤਰੀਆਂ ਨੂੰ ਉਸ ਮੀਟਿੰਗ ਤੋਂ ਉੱਠ ਕੇ ਬਾਹਰ ਆਉਣਾ ਪੈਂਦਾ ਕਿ ਅਸੀਂ ਵੱਡੇ ਹਾਂ ਜਾਂ ਫਿਰ ਇਹ ਅਫਸਰ। ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਜੱਬੇ ਬਾਣ ਲੱਗਿਓ ਤਬੇ ਰੋਸ ਜਾਗਿਓ, ਜਿਸ ਦਿਨ ਲੱਗ ਗਏ ਸੋਈ ਜਾਣੇ। ਜਿੱਦਣ ਬੈਂਸ ਬਟਾਲੇ ਜਾਂਦਾ ਪਟਾਕਾ ਫੈਕਟਰੀ ਜੀ ਤੇ ਇੱਕ ਡੈੱਡ ਬੋਡੀ ਨਹੀਂ ਲੱਭ ਰਹੀ, ਉਹਦੇ ਮਾਂ-ਬਾਪ ਉਸ ਡੈੱਡ ਬੋਡੀ ਦੇ, ਉਹਦੀ ਪਤਨੀ, ਛੋਟੇ ਛੋਟੇ ਬੱਚੇ ਰੋ ਰਹੇ ਆ, ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਡੀਸੀ ਕਹਿ ਰਿਹਾ ਇੱਥੇ 3 ਡੈੱਡ ਬੋਡੀਆਂ, ਜਿਹੜੀ ਚੰਗੀ ਲੱਗਦੀ ਲਾਇਓ, ਜਾ ਕੇ ਸੰਸਕਾਰ ਕਰ ਦਿਓ। ਤੇ ਬੈਂਸ ਉਹ ਡੀਸੀ ਨੂੰ ਕਹਿੰਦਾ, ਜਦੋਂ ਡੀਸੀ ਗੈਟ ਆਊਟ ਕਹਿੰਦਾ, ਬੈਂਸ ਉਸ ਡੀਸੀ ਨੂੰ ਕਹਿੰਦਾ, ਡੀਸੀ ਸਾਹਿਬ ਇਹ ਕਮਰਾ ਤੇਰੇ ਬਾਪ ਦਾ ਨਹੀਂ। ਇਹੀ ਮੰਤਰੀ ਕਾਂਗਰਸ ਵਾਲੇ ਬੈਂਸ ਤੇ ਮੁਕੱਦਮਾ ਦਿੰਦੇ ਆ, ਤਾਰੀਫ ਕਰਦੇ ਆ ਵੀ ਚੰਗਾ ਬੈਂਸ ਤੇ ਮੁਕੱਦਮਾ ਦਿਓ। ਅੱਜ ਲੱਗ ਗਿਆ ਪਤਾ ਵੀ ਅਫਸਰਸ਼ਾਹੀ ਕੀ ਚੀਜ਼ ਹੁੰਦੀ ਆ। ਪੰਜਾਬ ਦੇ ਅੰਦਰ ਬਾਬੂਆਂ ਦੀ ਸਰਕਾਰ ਆ, ਬਾਬੂਆਂ ਦੀ। ਕੈਪਟਨ ਅਮਰਿੰਦਰ ਸਿੰਘ ਜਿਹੜੇ ਆਰਾਮ ਪ੍ਰਸਤੀ, ਐਸ਼ ਪ੍ਰਸਤੀ, ਹੁਸੀਨ ਵਿਦੇਸ਼ੀ ਮਹਿਮਾਨਾਂ ਦੇ ਨਾਲ, ਵਿਦੇਸ਼ੀ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਦੇ ਵਿੱਚ ਪਹਾੜੀਆਂ ਦੇ ਉੱਤੇ ਸਮਾਂ ਬਤੀਤ ਕਰਨਾ, ਤੇ ਆਲ ਇਨ ਆਲ ਬਾਬੂਆਂ ਨੂੰ ਇੰਪਾਵਰਡ ਕਰ ਦੇਣਾ ਵੀ ਤੁਸੀਂ ਸਰਕਾਰ ਚਲਾਓ। ਅੱਜ ਪਤਾ ਲੱਗ ਗਿਆ ਨਾ ਮੰਤਰੀਆਂ ਨੂੰ। ਮੈਂ ਮੰਤਰੀਆਂ ਦੀ ਇਸ ਏਕੇ ਦਾ ਕਦਰਦਾਨ ਹੈ, ਕਿਉਂਕਿ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੰਤਰੀ ਆ। ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਗ੍ਰਾਸ ਰੂਟ ਲੈਵਲ ਦੇ ਉੱਤੇ ਪਤਾ ਦਿੱਕਤ ਕਿੱਥੇ ਲੋਕਾਂ ਨੂੰ ਕੀ ਹੈਗੀ ਆ, ਉਸ ਦਿੱਕਤ ਦਾ ਸਮਾਧਾਨ ਕੀ ਹੈਗਾ, ਉਹ ਦਫ਼ਤਰਾਂ ਦੇ ਵਿੱਚ ਬੈਠੇ ਚੰਡੀਗੜ੍ਹ ਬਾਬੂਆਂ ਨੂੰ, ਬਿਊਰੋਕਰੇਟਸ ਨੂੰ ਨਹੀਂ ਪਤਾ। ਇਸ ਮੁੱਦੇ ਦੇ ਉੱਤੇ ਮੈਂ ਮੰਤਰੀਆਂ ਦੇ ਸਟੈਂਡ ਦੀ ਤਾਰੀਫ ਕਰਦਾ। ਔਰ ਕੈਪਟਨ ਅਮਰਿੰਦਰ ਸਿੰਘ ਦੀ ਬਾਬੂਆਂ ਦੀ ਸਰਕਾਰ ਹੈਗੀ ਹੈ, ਜਿੱਥੇ ਕੋਈ ਸੁਣਵਾਈ ਨਹੀਂ, ਬੇਵਸਿਆ। 2002 ਤੋਂ 2007 ਵਾਲਾ ਕੈਪਟਨ ਅਮਰਿੰਦਰ ਸਿੰਘ ਯਾਦ ਕਰਕੇ ਦੇਖੋ, ਕਿਸੇ ਵਿਧਾਇਕ ਨੂੰ ਤਾਂ ਕੀ, ਐਮਪੀ ਨੂੰ ਤਾਂ ਕੀ, ਆਪਣੇ ਮੰਤਰੀਆਂ ਤੱਕ ਨੂੰ ਨਹੀਂ ਮਿਲਦਾ ਹੁੰਦਾ। ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ, ਤੇ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਉਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕੋਲ ਪੰਜਾਬ ਦਾ ਜਿਹੜਾ ਐਕਸਾਈਜ਼ ਮਹਿਕਮਾ ਹੈ ਉਹ ਵੀ ਹੈ। ਐਕਸਾਈਜ਼ ਮਹਿਕਮੇ ਦੇ ਅੰਕੜੇ ਜਿਹੜੇ ਨੇ ਪਿਛਲੇ 3 ਸਾਲ ਦੇ, ਉਹ ਇਹ ਦੱਸ ਰਹੇ ਨੇ ਕਿ ਹਜ਼ਾਰਾਂ ਕਰੋੜ ਦਾ ਘਾਟਾ ਜਿਹੜਾ ਹੈ ਉਹ ਸਰਕਾਰ ਨੂੰ ਹੁਣ ਤੱਕ ਪਿਛਲੇ 3 ਸਾਲਾਂ ਦੇ ਵਿੱਚ ਪੈ ਚੁੱਕਿਆ ਹੈ। ਕਾਂਗਰਸ ਦੇ ਹੀ ਕੁਝ ਲੀਡਰ ਹੁਣ ਇਸ ਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ? ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਜੇ ਘਾਟਾ ਪਿਆ ਹੈ ਤਾਂ ਕਿਉਂ ਪਿਆ ਹੈ? ਅੰਨਾ ਵੰਡੇ ਰਿਓੜੀਆਂ ਮੁੜ ਕਰਦੇ ਆ। ਜਦੋਂ ਆਪਣੇ ਚਹੇਤਿਆਂ ਨੂੰ ਤੁਸੀਂ ਇਸ ਸ਼ਰਾਬ ਮਾਫੀਆ ਕਾਰੋਬਾਰ ਦੇ ਵਿੱਚ ਬਾੜੋਗੇ, ਤੁਹਾਨੂੰ ਮੈਂ ਫੈਕਟਰੀਆਂ ਦੇ ਨਾਮ ਗਿਣਾ ਦਿੰਦਾ। ਉਹ ਕਿਹੜੇ ਕਾਂਗਰਸ ਤੇ ਅਕਾਲੀਆਂ ਦੇ ਲੀਡਰਾਂ ਦੀਆਂ ਫੈਕਟਰੀਆਂ ਨੇ। ਦਿਨ ਦੇ ਵਿੱਚ ਜੇ 100 ਟਰੱਕ ਸ਼ਰਾਬ ਦਾ ਨਿਕਲਣਾ ਤੇ ਸਿਰਫ 5 ਜਾਂ 10 ਦਾ ਬਿੱਲ ਕੱਟਿਆ ਜਾਣਾ। ਐਕਸਾਈਜ਼ ਡਿਊਟੀ ਸਿਰਫ 5 ਜਾਂ 10 ਟਰੱਕਾਂ ਦੀ ਆ। 90 ਤੋਂ 95% ਰੋਜ਼ ਦੀ ਐਕਸਾਈਜ਼ ਚੋਰੀ ਹੋ ਰਹੀ ਹੈ ਸ਼ਰਾਬ ਫੈਕਟਰੀਆਂ ਦੇ ਵਿੱਚ ਜੀ। ਕੌਣ ਕਵੇ ਰਾਣੀ ਅੱਗਾ ਟੱਕ, ਉਹ ਭਾਈ ਉਹ ਵੱਡੇ ਮੁੱਖ ਮੰਤਰੀਆਂ ਦੇ ਕਰੀਬੀ ਸਰਕਲ ਦੇ ਵਿੱਚੋਂ ਹੈਗੇ ਆ। ਸੋ ਇਹਦੇ ਉੱਤੇ ਜਾਂਚ ਹੁਣ ਤਾਂ ਕਾਂਗਰਸ ਪਾਰਟੀ ਮੰਗਣ ਲੱਗ ਗਈ। ਇਸ ਮੁੱਦੇ ਦੇ ਉੱਤੇ ਵੀ ਇਹ ਆਮਦਨ ਡੇ ਬਾਈ ਡੇ ਵਧਣ ਦੀ ਬਜਾਏ ਘਟੀ ਕਿਉਂ? ਇਹਦੇ ਉੱਤੇ ਬੜੀ ਪੁਖਤਾ ਜਾਂਚ ਦੀ ਜ਼ਰੂਰਤ ਹੈ। ਸਭ ਨੂੰ ਪਤਾ। ਮੈਂ ਤੁਹਾਨੂੰ ਇਹ ਕਹਿ ਤਾ ਵੀ ਫੈਕਟਰੀਆਂ ਦੇ ਵਿੱਚ ਐਕਸਾਈਜ਼ ਚੋਰੀ ਹੁੰਦੀ ਹੈ। ਆਪਣੇ ਚਹੇਤੇ ਇਸ ਕਾਰੋਬਾਰ ਦੇ ਵਿੱਚ ਬਾੜੇ ਹੋਏ ਆ। ਅੰਨਾ ਵੰਡੇ ਰਿਓੜੀਆਂ ਮੁੜ ਕਰਦਿਆਂ ਨੂੰ ਜਾਂਚ ਹੋਊਗੀ ਤੇ ਸਾਰਾ ਕੁਝ ਸਾਹਮਣੇ ਆ ਜਾਊਗਾ। ਐਕਸਾਈਜ਼ ਦੀ ਡੇ ਬਾਈ ਡੇ ਘਟਣਾ, ਸਾਡਾ ਜਿਹੜਾ ਰੈਵਨਿਊ ਉਹ ਥੱਲੇ ਜਾਣਾ ਸਾਫ਼ ਤੇ ਸਪਸ਼ਟ ਆ ਜੀ। ਕਿ ਜਿਹੜੇ ਮੁੱਖ ਮੰਤਰੀ ਦੇ ਚਹੇਤੇ ਆ ਉਹਨਾਂ ਦੇ ਘਰ ਦੇ ਕੋਠੇ ਭਰੇ ਜਾ ਰਹੇ ਆ। ਅੱਛਾ, ਆਖਰੀ ਸਵਾਲ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੂੰ ਲੈ ਕੇ ਕਰਾਂਗਾ।
ਜਦੋਂ ਤੋਂ ਦੇਸ਼ ਦੇ ਵਿੱਚ ਲੋਕਡਾਊਨ ਲੱਗਾ ਹੈ, ਉਹ ਹਰ ਵਾਰ ਆਉਂਦੇ ਨੇ, ਲੋਕਡਾਊਨ ਵਧਾਉਣ ਦਾ ਐਲਾਨ ਕਰਦੇ ਨੇ ਜਾਂ ਫਿਰ ਹੌਸਲਾ ਅਫਜ਼ਾਈ ਕਰਨ ਦੀ ਗੱਲ ਕਰਦੇ ਨੇ। ਪਰ ਜਿਸ ਗੱਲ ਦੀ ਉਮੀਦ ਆਮ ਲੋਕਾਂ ਨੂੰ ਰਹਿੰਦੀ ਹੈ ਕਿ ਸਾਡੇ ਲਈ ਕੋਈ ਰਾਹਤ ਪੈਕੇਜ ਆਵੇਗਾ, ਸਾਡੇ ਲਈ ਕੁਝ ਅਜਿਹਾ ਆਵੇਗਾ ਕਿ ਸਾਨੂੰ ਸੁੱਖ ਦਾ ਸਾਹ ਆਵੇਗਾ ਕਿ ਇਸ ਲੋਕਡਾਊਨ ਦੇ ਵਿੱਚ ਸਾਡੀ ਕਿਸੇ ਸਰਕਾਰ ਨੇ, ਕਿਸੇ ਨੇਤਾ ਨੇ ਬਾਂਹ ਫੜੀ ਹੈ। ਤੁਸੀਂ ਕੀ ਮਹਿਸੂਸ ਕਰਦੇ ਹੋ ਹੁਣ ਤੱਕ ਦੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੂੰ ਦੇਖਦੇ ਹੋਏ? ਸਾਹਿਬ ਸਾਡੇ ਸਤਿਕਾਰਯੋਗ ਨੇ, ਬੜਾ ਚੰਗਾ ਉਹਨਾਂ ਦੀ ਜਿਹੜੀ ਸ਼ਬਦਾਵਲੀ, ਉਚਾਰਨ ਬਹੁਤ ਚੰਗਾ ਹੁੰਦਾ ਜੀ। ਸਿਰਫ ਉਚਾਰਨ ਚੰਗਾ। ਹੁਣ ਤੁਸੀਂ GDP ਦਾ ਕੱਲ੍ਹ ਦੀ ਉਹਨਾਂ ਦਾ ਜਿਹੜਾ ਬਿਆਨ ਸੀਗਾ, ਉਹਨਾਂ ਨੇ ਦੇਸ਼ ਦੀ GDP ਦਾ ਟੋਟਲ 10%, 20 ਲੱਖ ਕਰੋੜ ਰੁਪਈਆ ਜੀ। ਪਰ ਤੁਸੀਂ ਜਿਹੜੇ ਚੰਗੇ ਇਕੋਨਮਿਸਟ ਹੈਗੇ ਨਾ, ਅਰਥ ਸ਼ਾਸਤਰੀ ਨੇ, ਤੁਸੀਂ ਉਹਨਾਂ ਦੀ ਡਿਬੇਟ, ਉਹਨਾਂ ਦੇ ਸੋਸ਼ਲ ਅਕਾਊਂਟ 'ਤੇ ਜਾ ਕੇ ਉਹਨਾਂ ਦੀਆਂ ਗੱਲਾਂ ਸੁਣੋ। ਉਹ ਕਹਿੰਦੇ ਇਹ ਬਾਤਾਂ ਦਾ ਬਤੰਗੜ, ਥੁੱਕ ਨਾਲ ਬੜੇ, ਕੁਛ ਨਹੀਂ ਹੋਣਾ। ਜਿਹੜਾ ਪਹਿਲਾਂ 1,72,000 ਕਰੋੜ ਦਾ ਕਹਿੰਦਾ ਸੀ ਪੈਕੇਜ ਹੈਗਾ, ਜੇ ਤੁਸੀਂ ਉਹਦਾ ਐਨਾਲਿਸਿਸ ਕਰ ਲਓ ਜੀ, ਉਹਦੇ ਵਿੱਚੋਂ 1 ਲੱਖ ਕਰੋੜ ਦੀ ਗੱਪ ਹੈਗੀ ਆ, ਤੇ ਤਕਰੀਬਨ 72,000 ਕਰੋੜ ਰੁਪਈਆ ਜਿਹੜਾ ਕੇਂਦਰ ਨੇ ਇਸ ਆਫਤ ਦੇ ਸਮੇਂ ਦੇਸ਼ ਦੇ ਲੋਕਾਂ ਲਈ ਲਾਇਆ। ਹੁਣ ਤੁਸੀਂ ਸੈਲਫ ਡਿਪੈਂਡੈਂਸੀ ਦੀ ਗੱਲ ਕਰਦੇ ਹੋ, ਆਤਮ ਨਿਰਭਰ ਜੀ। ਬਾਰ-ਬਾਰ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ 3 L's ਦਾ ਜ਼ਿਕਰ ਕੀਤਾ, ਲਾਅ, ਲੈਂਡ ਐਂਡ ਲੇਬਰ ਜੀ। ਲੈਂਡ ਦਾ ਮਤਲਬ ਵੀ ਅਸੀਂ ਬਾਹਰ ਜਿਹੜੇ ਇਨਵੈਸਟਰ ਹੈਗੇ ਆ, ਇੰਟਰਨੈਸ਼ਨਲ ਕੰਪਨੀਆਂ ਹੈਗੀਆਂ, ਉਹਨਾਂ ਨੂੰ ਦੇਸ਼ ਦੇ ਅੰਦਰ ਜ਼ਮੀਨ ਦੇ ਕੇ ਉਹਨਾਂ ਨੂੰ ਹੁਣ ਬਾਰ-ਬਾਰ ਆਤਮ ਨਿਰਭਰ। 7 ਸਾਲ ਪਹਿਲਾਂ ਇੱਕ ਸ਼ੇਰ ਜਿਹੜਾ ਪੂਛ ਵਾਲਾ ਦੇਖਿਆ ਸੀ ਲੋਗੋ ਜੀ, ਮੇਕ ਇਨ ਇੰਡੀਆ, ਯੈਸ, ਮੇਕ ਇਨ ਇੰਡੀਆ ਦਾ ਕੀ ਬਣਿਆ? 7 ਸਾਲ ਪਹਿਲਾਂ ਪੂਰੇ ਜ਼ੋਰ ਸ਼ੋਰ ਦੇ ਨਾਲ ਪੂਰੇ ਦੇਸ਼ ਦੇ ਅੰਦਰ ਉਹ ਵੱਡੀ ਪੂਛ ਵਾਲਾ ਸ਼ੇਰ ਮੇਕ ਇਨ ਇੰਡੀਆ ਬਣਿਆ ਉਹਦਾ ਕੁਛ। ਇਹ ਸਿਰਫ ਤੇ ਸਿਰਫ ਇੱਕ ਧਰੁਵੀਕਰਨ ਕਰਨ ਦੀ ਰਾਜਨੀਤੀ ਹੈਗੀ ਆ। ਤੁਸੀਂ ਦੇਖ ਲਿਓ, ਹੁਣ ਮਜ਼ਦੂਰ ਆ, ਜਿੱਦਣ ਲਾਕਡਾਊਨ ਖਤਮ ਹੋ ਗਿਆ ਹਿੰਦੂ ਬਣ ਜਾਣੇ ਆ। ਅੱਜ ਮਜ਼ਦੂਰ ਆ ਜੋ ਵਿਚਾਰੇ ਆ, ਅੱਜ ਹਿੰਦੂ ਨਹੀਂ ਜੀ, ਚੰਦ ਦਿਨ ਰੁਕ ਜਾਓ, ਮੁੜ ਕੇ ਫੇਰ ਉਹ ਮਜ਼ਦੂਰ ਜਿਹੜਾ ਉਹ ਗੱਲ ਫੇਰ ਉੱਥੇ ਆ ਜਾਣੀ ਆ। ਧਰੁਵੀਕਰਨ, ਇੱਕ ਵੱਡੇ ਤਬਕੇ ਦਾ ਧਰੁਵੀਕਰਨ ਕਰਕੇ ਵੋਟ ਰਾਜਨੀਤੀ। ਸੋ ਦੇਸ਼ ਵਾਸਤੇ ਘਾਤਕ ਆ। ਨਰਿੰਦਰ ਮੋਦੀ ਸਾਹਿਬ 20 ਲੱਖ ਕਰੋੜ ਦਾ ਅਨਾਊਂਸਮੈਂਟ ਕਰਦਾ। ਮੈਂ ਹਜੇ FM ਦੀ ਅਨਾਊਂਸਮੈਂਟ ਸੁਣੀਆਂ ਨੇ ਵੀ ਕਿਹੜੇ ਵਰਗ ਨੂੰ ਕੀ ਕੁਛ ਉਹਦੇ 'ਚ ਹੈਗਾ ਜੀ। ਹੁਣ ਤੁਸੀਂ ਵਿਦੇਸ਼ਾਂ ਦੇ ਨਾਲ ਜੇ ਕੰਪੈਰੀਜ਼ਨ ਕਰਦੇ ਹੋ ਨਾ, ਮੇਰੇ ਬਹੁਤ ਸਾਰੇ ਦੋਸਤ ਸਾਡੀ ਪਾਰਟੀ ਨਾਲ ਸੰਬੰਧਿਤ, ਮੈਂ ਉਹਨਾਂ ਤੋਂ ਅਕਸਰ ਟੈਲੀਫੋਨ ਦੇ ਉੱਤੇ ਜਾਣਕਾਰੀਆਂ ਲੈ ਲੈਂਦਾ। ਕਈ ਮੁਲਕ ਇੱਦਾਂ ਦੇ ਹੈਗੇ ਜਿਨ੍ਹਾਂ ਨੇ ਆਪਣੇ ਦੇਸ਼ ਦੀ GDP ਦਾ 22-23% ਦੇਸ਼ ਦੇ ਲੋਕਾਂ ਤੇ ਨਿਸ਼ਾਵਰ ਕਰਤਾ। 80% ਸੈਲਰੀ ਸਰਕਾਰ ਨੇ ਦਿੱਤੀ ਹੈ ਇੰਪਲੋਈਜ਼ ਨੂੰ, ਕਿਸੇ ਨੇ 70% ਦਿੱਤੀ ਹੈ। ਸਾਡੇ ਇੱਥੇ ਗੱਲਾਂ ਦਾ ਕੜਾਹ ਹੋ ਰਿਹਾ। ਇੰਡਸਟਰੀਅਲਿਸਟ ਦੀ ਧੌਣ ਦੇ ਉੱਤੇ ਗੋਡਾ ਵੀ ਇਹ ਦੇ ਦੇਵੇ, ਉਹ ਭਾਈ ਇੰਡਸਟਰੀਅਲਿਸਟ ਅੱਗੇ ਮਰਦਾ। ਤੁਸੀਂ ਇਹ ਕਹੋ 10,000 ਰੁਪਈਆ ਫਰਕ ਕਰੋ, ਕੋਈ ਮੁਲਾਜ਼ਮ ਤਨਖਾਹ ਲੈਂਦਾ, ਉਹਨੂੰ ਕਹੋ ਵੀ ਤੈਨੂੰ 8,000 ਮਿਲਣਾ, ਉਹਦੇ 'ਚ 4,000 ਰੁਪਈਆ ਸਰਕਾਰ ਦਾ ਤੇ 4,000 ਰੁਪਈਆ ਇੰਪਲੋਇਰ ਦਾ, ਵਪਾਰੀ ਜਾਂ ਕਾਰਖਾਨੇਦਾਰ ਦਾ। ਗੱਲ ਕੋਈ ਮੰਨਣਯੋਗ ਹੋ ਗਈ ਹੈ ਨਾ। ਮਤਲਬ ਕਿੰਨੀ ਦੇਰ ਤੱਕ ਦੇਸ਼ ਦੇ ਲੋਕ ਗੱਲਾਂ ਦਾ ਕੜਾਹ ਹੁੰਦਾ ਦੇਖਦੇ ਰਹਿਣਗੇ? ਸੋ ਇਹ ਮੈਨੂੰ ਇਉਂ ਲੱਗਦਾ ਵੀ ਇਹ ਗੱਲਾਂ ਦਾ ਕੜਾਹ, ਬਾਕੀ ਜਿਹੜੀ ਆ FM ਸਾਡੇ ਦੇਸ਼ ਦੇ ਖਜ਼ਾਨਾ ਮੰਤਰੀ ਸਾਹਿਬ ਦਾ ਕੀ ਆਉਂਦਾ ਡਿਟੇਲਸ, ਉਹ ਪੜ੍ਹਨ ਤੋਂ ਬਾਅਦ ਉਹਦੇ ਤੇ ਚਰਚਾ ਹੋ ਸਕਦੀ। ਮਜ਼ਦੂਰਾਂ ਦੀ ਗੱਲ ਕੀਤੀ ਹੈ, ਮੈਂ ਜਾਂਦੇ ਸਵਾਲ ਜ਼ਰੂਰ ਕਰਨਾ ਚਾਹਾਂਗਾ। 10 ਲੱਖ ਤੋਂ ਵੱਧ ਮਜ਼ਦੂਰ ਰਜਿਸਟਰਡ ਹੋਇਆ ਵੱਖ-ਵੱਖ ਆਪਣੇ ਮੁਲਕਾਂ, ਆਪਣੇ ਜਿਹੜੇ ਸੂਬੇ ਨੇ ਉਹਨਾਂ 'ਚ ਜਾਣ ਨੂੰ। ਪੰਜਾਬ 'ਚ ਮਜ਼ਦੂਰਾਂ ਦੇ ਪ੍ਰਵਾਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਤੇ ਇਸ ਵੇਲੇ ਹਾਲਾਤ ਜਿਹੜੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਮਜ਼ਦੂਰਾਂ ਦੇ ਜਿਹੜੇ ਰੋਜ਼ਾਨਾ ਸੈਂਕੜੇ ਕਿਲੋਮੀਟਰ ਦਾ ਸਫ਼ਰ ਕਰਕੇ ਆਪਣੇ ਪਰਿਵਾਰਾਂ ਦੇ ਸਮੇਤ ਪੈਦਲ ਆਪਣੇ ਘਰਾਂ ਨੂੰ ਜਾ ਰਹੇ ਨੇ? ਮੈਂ ਖੁਦ ਇੰਡਸਟਰੀਅਲਿਸਟ ਹਾਂ ਜੀ, ਚੰਗੀ ਗੁਰੂ ਦੀ ਕਿਰਪਾ ਵਾਲਾ ਕਾਰੋਬਾਰ ਆ ਜੀ। ਇਹਨਾਂ ਦੀ ਜਗ੍ਹਾ ਤੁਸੀਂ ਆਪਣੇ ਆਪ ਨੂੰ ਰੱਖ ਕੇ ਦੇਖਾਂ, ਤੁਹਾਡਾ ਤੇ ਮੇਰਾ ਵੀ ਮਨ ਕਰੂਗਾ ਵੀ ਮੈਂ ਆਪਣੇ ਇੱਕ ਵਾਰ ਬੇਬੇ ਬਾਪੂ ਨੂੰ ਮਿਲਿਆ ਮਾਂ ਜਾ ਕੇ, ਜਿੱਦਾਂ ਦੇ ਹਾਲਾਤ ਬਣੇ ਹੋਏ ਆ। ਮੈਂ ਉਹਨਾਂ ਨੂੰ ਰੋਕਾਂ, ਮੇਰੀ ਮੂਰਖਤਾ ਹੀ ਹੋਊਗੀ ਜੀ। ਉਹ ਮਿਲਿਆ ਹੁਣ। ਇਹ ਸਾਲ ਮੇਰਾ ਖਿਆਲ ਪੈਸੇ ਕਮਾਉਣ ਦਾ ਨਹੀਂ ਹੈਗਾ, ਇਹ ਸਾਲ ਮਨੁੱਖ ਨੂੰ ਬਚਾਉਣ ਦਾ, ਮਾਨਵਤਾ ਦੀ ਸੇਵਾ ਦਾ। ਜੇ ਮੇਰਾ ਕੰਮ
2 ਮਹੀਨੇ ਨਹੀਂ ਚੱਲੂਗਾ। ਪਰ ਉੱਥੇ ਵੀ ਬੈਂਸ ਸਾਹਿਬ ਜਦੋਂ ਰਾਜਨੀਤੀ ਕੀਤੀ ਜਾਂਦੀ ਹੈ, ਜਦੋਂ ਰਾਜਾ ਵੜਿੰਗ ਵਿਧਾਇਕ ਗੱਡੀ 'ਚ ਬੈਠੇ ਮਜ਼ਦੂਰਾਂ ਨੂੰ ਇਹ ਆਖਦਾ ਹੈ ਕਿ ਤੁਹਾਨੂੰ ਕਾਂਗਰਸ ਪਾਰਟੀ ਭੇਜ ਰਹੀ ਹੈ, ਇਹ ਯਾਦ ਰੱਖਿਓ ਕਿ ਕਾਂਗਰਸ ਪਾਰਟੀ ਨੇ ਤੁਹਾਡਾ ਖਰਚਾ ਚੁੱਕਿਆ, ਇਹਨੂੰ ਫਿਰ ਕਿੱਦਾਂ ਦੇਖਦੇ ਹੋ? ਇਹ ਯਾਰ ਬੜੀਆਂ ਛੋਟੇ ਲੈਵਲ ਦੀਆਂ ਗੱਲਾਂ ਨੇ। ਮਤਲਬ ਇਸ ਸਮੇਂ ਦੇ ਵਿੱਚ ਇੱਦਾਂ ਦਾ ਤੁਸੀਂ ਲੋਕਾਂ ਨੂੰ ਕਹੋ ਬੜਾ ਛੋਟਾ ਲੈਵਲ ਆ, ਤੁਸੀਂ ਥੋੜ੍ਹੀ ਦੇਰ ਰੁਕ ਜਾਓ, ਮੇਰੇ ਕੋਲ ਬਾਹਰ ਵੀ ਬੈਠੇ ਆ, ਕਿਸੇ ਦਾ ਬਾਪੂ ਬਿਮਾਰ ਹੈ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ ਕਿਸੇ ਦੀ ਮਾਂ ਮਰ ਗਈ, ਉਹਦਾ ਸੰਸਕਾਰ ਹੋ ਗਿਆ, ਉਹਨੇ ਕਿਰਿਆ 'ਤੇ ਜਾਣਾ, ਅੰਤਮ ਰਸਮਾਂ ਭੋਗ ਵਗੈਰਾ 'ਤੇ ਜਾਣਾ। ਮੈਂ ਹੁਣ ਸੰਬੰਧਿਤ ਅਫਸਰਾਂ ਨੂੰ ਇਹੀ ਘੰਟਾ 2 ਘੰਟੇ ਲਾ ਕੇ ਜਿਹੜੇ ਐਮਰਜੈਂਸੀ ਕੇਸਿਸ ਹੈ ਉਹਨਾਂ ਨੂੰ ਭਜਾਉਣ ਵਾਸਤੇ ਮੈਂ ਕਹਾਂ ਵੀ ਯਾਦ ਰੱਖਿਓ ਬੈਂਸ ਨੂੰ, ਹਰਦੂ ਲਾਣ 'ਤੇ ਆ ਮੇਰੇ, ਯਾਦ ਰੱਖਿਓ ਮੇਰੀ ਪਾਰਟੀ ਨੂੰ, ਉਦੋਂ ਵੀ ਹਰਦੂ ਲਾਣ 'ਤੇ। ਸੋ ਇਹ ਗੱਲਾਂ ਬਹੁਤ ਛੋਟੀਆਂ ਨੇ, ਇਹਨਾਂ ਗੱਲਾਂ ਦਾ ਕੋਈ ਤੁੱਕ ਨਹੀਂ ਹੈਗਾ। ਅੱਜ ਮੈਂ ਫੇਰ ਕਹੂੰਗਾ, ਅੱਜ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਸੇਵਾ ਤੇ ਕਰੋਨਾ ਨੂੰ ਹਰਾਉਣ ਦੀ ਗੱਲ ਹੋਣੀ ਚਾਹੀਦੀ ਹੈ। ਸੋ ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ ਆਪਣਾ। ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ। ਸੋ ਬਿਲਕੁਲ, ਭਾਵੇਂ ਹੀ ਇਹ ਸਮਾਂ ਜਿਹੜਾ ਹੈ ਇਸ ਵੇਲੇ ਸਿਆਸਤ ਕਰਨ ਦਾ ਨਹੀਂ ਹੈ, ਪਰ ਸਿਆਸਤ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਸੰਬੰਧਿਤ ਕੁਝ ਅਜਿਹੇ ਮਸਲੇ ਖੜੇ ਹੋ ਰਹੇ ਨੇ ਜਿਨ੍ਹਾਂ ਦਾ ਜਵਾਬ ਲੈਣਾ ਵੱਖ-ਵੱਖ ਸਿਆਸਤਦਾਨਾਂ ਤੋਂ ਜ਼ਰੂਰ ਬਣਦਾ ਹੈ। ਸੋ ਸਾਡੀ ਇਹ ਕੋਸ਼ਿਸ਼ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਲਗਾਤਾਰ ਜਾਰੀ ਹੈ ਤੇ ਇਸ ਸੰਬੰਧ ਦੇ ਵਿੱਚ ਅੱਜ ਅਸੀਂ ਸਿਮਰਜੀਤ ਸਿੰਘ ਬੈਂਸ ਹੋਣਾ ਦੇ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ। ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਤੁਹਾਡਾ ਆਪਣਾ, ਤੁਹਾਡੇ ਲਈ।